Hello students, I'm your teacher Dr. Satinder Kaur. In today's lecture, I will explain the second theory of dependency, that is development of underdevelopment of developing countries. This theory is of Frank theory and Gunde Frank. So Ender Gunder ਵੀ ਬੋਲ ਦਿੰਦੇ ਆ ਇਹਨੂੰ। ਫਰੈਂਕ ਦਾ ਬਰਥ ਜਿਹੜਾ ਹੈ ਉਹ 1929 ਦੇ ਵਿੱਚ ਹੋਇਆ ਸੀ ਬ੍ਰਿਟੇਨ ਦੇ ਵਿੱਚ, ਅਤੇ ਉਸਨੇ PhD ਦੀ ਸਟੱਡੀ ਕੀਤੀ ਹੈ ਚਿਕਾਗੋ ਯੂਨੀਵਰਸਿਟੀ ਤੋਂ, ਅਤੇ ਉਸਨੇ ਇੱਕ ਬੁੱਕ ਲਿਖੀ ਸੀ ਡਿਵੈਲਪਮੈਂਟ ਆਫ ਅੰਡਰ ਡਿਵੈਲਪਮੈਂਟ, ਜਿਸ ਦੇ ਵਿੱਚ ਉਸਨੇ ਸਾਰਾ ਕੌਨਸੈਪਟ ਜਿਹੜਾ ਹੈ ਐਕਸਪਲੇਨ ਕੀਤਾ ਸੀ। he advanced the thesis of Paul Benn regarding the dependency model. That means कि Paul Benn ने जो concept explain ਕੀਤਾ ਸੀ ਉਸਨੇ ਉसी ਨੂੰ ਅੱਗੇ elaborate ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਸਦੇ ਅਕੋਰਡਿੰਗਲੀ ਕਿ ਇੱਕ ਬਹੁਤ ਵੱਡੀ ਅਮਾਊਂਟ ਦੇ ਵਿੱਚ ਜਿਹੜਾ ਸਰਪਲਸ ਹੈ ਲੈਸ ਡਿਵੈਲਪ ਕੰਟਰੀਜ਼ ਤੋਂ ਡਿਵੈਲਪ ਕੰਟਰੀਜ਼ ਦੇ ਵਿੱਚ ਟ੍ਰੇਡ ਦੇ ਥਰੂ ਟਰਾਂਸਫਰ ਹੁੰਦਾ ਹੈ, ਤੇ ਟਰਮਸ ਆਫ ਟ੍ਰੇਡ ਜਿਹੜੀਆਂ ਨੇ ਉਹ ਹਮੇਸ਼ਾ ਡਿਵੈਲਪਿੰਗ ਕੰਟਰੀਜ਼ ਦੇ ਫੇਵਰ 'ਚ ਨਹੀਂ ਹੁੰਦੀਆਂ ਤੇ ਡਿਵੈਲਪ ਕੰਟਰੀਜ਼ ਦੇ ਫੇਵਰ ਦੇ ਵਿੱਚ ਹੁੰਦੀਆਂ ਨੇ। ਫਰੈਂਕ ਨੇ ਪੂਰੇ ਵਰਡ ਨੂੰ ਦੋ ਟਾਈਪ ਦੀਆਂ ਕੈਟੇਗਰੀਜ਼ 'ਚ ਡਿਵਾਈਡ ਕੀਤਾ। ਪਹਿਲੀ ਕੈਟੇਗਰੀ ਹੈ ਐਡਵਾਂਸਡ ਕੰਟਰੀਜ਼, ਜਿਸ ਦੇ ਵਿੱਚ ਫਰੈਂਕ ਨੇ ਡਿਵੈਲਪ ਕੰਟਰੀਜ਼ ਨੂੰ ਮੈਟਰੋਪੋਲਿਸ ਦੇ ਨਾਮ ਦੇ ਨਾਲ ਡਿਨੋਟ ਕੀਤਾ, ਜਿਸ ਦੇ ਵਿੱਚ ਸਾਰੀਆਂ OECD ਕੰਟਰੀਜ਼ ਆ ਜਾਂਦੀਆਂ ਨੇ, USA, ਜਾਪਾਨ, ਕੈਨੇਡਾ, ਬ੍ਰਿਟੇਨ, ਜਰਮਨੀ, ਇਟਲੀ, ਫਰਾਂਸ ਐਕਸੈਟਰਾ ਸਾਰੀਆਂ ਇੰਡੀਪੈਂਡੈਂਟ ਕੰਟਰੀਜ਼ ਆਉਂਦੀਆਂ ਨੇ, ਅਤੇ ਦੂਸਰੀਆਂ ਨੇ ਡਿਪੈਂਡੈਂਟ ਕੰਟਰੀਜ਼। ਫਰੈਂਕ ਨੇ ਇਹਨਾਂ ਨੂੰ ਸੈਟੇਲਾਈਟ ਦਾ ਨਾਮ ਦਿੱਤਾ। ਇਹ ਸਾਰੀਆਂ ਕੰਟਰੀਜ਼ ਜਿਹੜੀਆਂ ਨੇ ਪੂਰੀ ਤਰ੍ਹਾਂ ਰੈਗੂਲੇਟ ਵੀ ਅਤੇ ਕੰਟਰੋਲ ਵੀ ਕੀਤੀਆਂ ਜਾਂਦੀਆਂ ਨੇ ਬਾਏ ਐਡਵਾਂਸਡ ਕੰਟਰੀਜ਼ ਥਰੂ ਵੇਰੀਅਸ ਫੈਕਟਰਸ, ਚਾਹੇ ਉਹ ਟੈਕਨੋਲੋਜੀ ਹੋਏ, ਚਾਹੇ ਉਹ ਇਨਵੈਸਟਮੈਂਟ ਹੋਏ, ਚਾਹੇ ਉਹ ਉਹਨਾਂ ਦੇ ਪੋਲੀਟੀਕਲ ਅਤੇ ਰਿਲੀਜੀਅਸ ਰਿਲੀਜੀਅਸ ਤੇ ਟ੍ਰੇਡ ਰਿਲੇਟਿਡ ਇਨਵੋਲਵਮੈਂਟ ਹੋਏ ਉਹਨਾਂ ਦੇ ਦੇਸ਼ ਦੀਆਂ ਪਾਲਿਸੀਜ਼ ਦੇ ਵਿੱਚ। ਸੋ ਕੋਈ ਵੀ ਮੈਥਡ ਹੋ ਸਕਦਾ। ਫਰੈਂਕ ਨੇ ਸਭ ਤੋਂ ਪਹਿਲੇ ਜਿਹੜੀ ਹੈ ਥਿਊਰੀ ਨੂੰ ਐਕਸਪਲੇਨ ਕਰਨ ਦੇ ਲਈ ਕੁਝ ਕੁ ਕਰੈਕਟਰਸ ਦਿੱਤੇ ਨੇ, ਕੁਝ ਕਰੈਕਟਰਿਸਟਿਕਸ ਐਕਸਪਲੇਨ ਕੀਤੇ ਨੇ ਜਿਹੜੇ ਐਕਸਪਲੇਨ ਕਰਦੇ ਨੇ ਕਿ ਡਿਪੈਂਡੈਂਸੀ ਪ੍ਰੋਸੈਸ ਕਿਵੇਂ ਚੱਲਦੀ ਹੈ। ਸੋ ਪਹਿਲਾ ਹੈ ਕਿ ਡਿਪੈਂਡੈਂਸੀ ਨੂੰ ਇੱਕ ਹਿਸਟੋਰੀਕਲ ਇੰਟਰਨੈਸ਼ਨਲ ਪ੍ਰੋਸੈਸ ਬੋਲਦਾ ਹੈ ਕਿ ਇਹ ਟਾਈਮ ਆਫਟਰ ਟਾਈਮ ਇੱਕ ਏਜੰਡੇ ਦੇ ਥਰੂ ਜਿਹੜਾ ਡਿਵੈਲਪ ਵਰਡ ਹੈ, ਹੋ ਸਕਦਾ ਪੈਟਰਨ ਚੇਂਜ ਹੋ ਜਾਏ, ਮੈਥਡ ਚੇਂਜ ਹੋ ਜਾਏ, ਪਰ ਇਹ ਟਾਈਮ ਆਫਟਰ ਟਾਈਮ ਹਿਸਟੋਰੀਕਲ ਪ੍ਰੋਸੈਸ ਹੈ ਕਿ ਇਹ ਚੱਲਦੀ ਰਹਿੰਦੀ ਹੈ। ਪਾਸਟ ਦੇ ਵਿੱਚ ਵੀ ਇਹ ਹੋ ਚੁੱਕਾ ਕਿ ਸੋਸ਼ੋ ਪੋਲੀਟੀਕਲ ਕੰਡੀਸ਼ਨਸ ਇਸ ਤਰੀਕੇ ਦੀਆਂ ਤਿਆਰ ਕੀਤੀਆਂ ਜਾਣ, ਇਕਨੋਮਿਕ ਕੰਡੀਸ਼ਨ ਇਸ ਤਰੀਕੇ ਦੀ ਤਿਆਰ ਕੀਤੀ ਜਾਏ ਕਿ ਇੱਕ ਕੰਟਰੀਜ਼ ਜਿਹੜੀਆਂ ਨੇ ਉਹ ਸੈਟੇਲਾਈਟ ਬਣ ਜਾਣ ਅਤੇ ਦੂਜੀਆਂ ਮੈਟਰੋਪੋਲਿਸ ਜਿਹੜੀਆਂ ਨੇ ਉਸਨੂੰ ਐਕਸਪਲੋਇਟ ਕਰਨ। ਸੋ ਇਹ ਇੱਕ ਹਿਸਟੋਰੀਕਲ ਚੇਨ ਹੈ, ਪ੍ਰੋਸੈਸ ਹੈ। ਪਹਿਲੀ ਸਟੇਜ ਦੇ ਵਿੱਚ, ਪਹਿਲੇ ਲੈਵਲ ਦੇ ਵਿੱਚ ਜਿਹੜੀਆਂ ਨੇ ਪੈਰੀਫੇਰੀਜ਼ ਜਿਹੜੀਆਂ ਨੇ ਉਹ ਵਰਲਡ ਇਕੋਨਮੀ ਦੀਆਂ ਕਾਲੋਨੀਜ਼ ਬਣ ਜਾਂਦੀਆਂ ਨੇ, ਬਸਤੀਆਂ ਬਣ ਜਾਂਦੀਆਂ ਨੇ। ਉਸ ਤੋਂ ਬਾਅਦ ਦੂਜੀ ਸਟੇਜ ਜਦੋਂ ਆਉਂਦੀਆਂ ਨੇ, ਇਹ ਕਲੋਨੀਜ਼ ਇਸ ਤਰੀਕੇ ਦੇ ਨਾਲ ਕੰਟਰੋਲ 'ਚ ਆ ਜਾਂਦੀਆਂ ਨੇ ਕੈਪੀਟਲਿਸਟ ਕੰਟਰੀਜ਼ ਦੀ ਕਿ ਇਹਨਾਂ ਦੀਆਂ ਕੰਟਰੀਜ਼ ਦੇ ਵਿੱਚ ਵੀ ਕੈਪੀਟਲਿਜ਼ਮ ਆ ਜਾਂਦਾ ਹੈ, ਕਿ ਇਹਨਾਂ ਦੇ ਵਿੱਚ ਵੀ ਕੈਪੀਟਲਿਸਟ ਕੰਟਰੀਜ਼ ਦੇ ਫੀਚਰਸ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਅਤੇ ਥਰਡ ਸਟੇਜ ਇਹੋ ਜਿਹੀ ਸਟੇਜ ਆਉਂਦੀ ਹੈ ਕਿ ਮੈਟਰੋਪੋਲਿਸ ਸੈਟੇਲਾਈਟ ਚੇਨ ਬਣ ਜਾਂਦੀ ਹੈ ਕਿ ਜਿੰਨਾ ਵੀ ਸਰਪਲਸ ਜਨਰੇਟ ਹੁੰਦਾ ਪੈਰੀਫਰੀ ਦੇ ਵਿੱਚ, ਮਤਲਬ ਸੈਟੇਲਾਈਟ ਦੇ ਵਿੱਚ ਜਿੰਨਾ ਵੀ ਸਰਪਲਸ ਜਨਰੇਟ ਹੁੰਦਾ ਉਹ ਬਹੁਤ ਹੀ ਤਰੀਕੇ ਨਾਲ, ਬਹੁਤ ਹੀ ਸਕਸੈਸਫੁਲ ਵੇ ਦੇ ਨਾਲ ਉਹ ਸੈਂਟਰ ਨੂੰ, ਜਿਸ ਨੂੰ ਨੇ ਮੈਟਰੋਪੋਲਿਸ ਦਾ ਨਾਮ ਦਿੱਤਾ, ਟਰਾਂਸਫਰ ਕਰ ਦਿੱਤਾ ਜਾਂਦਾ। ਸੋ ਦੂਸਰੀ ਚੀਜ਼ ਉਸਨੇ ਐਕਸਪਲੇਨ ਕੀਤੀ ਹੈ ਸਟਰਕਚਰ ਆਫ ਦਾ ਵਰਡ। ਸਟਰਕਚਰ ਜਿਹੜਾ ਹੈ ਉਸਨੇ ਸਾਰਾ ਇਸੀ ਚੀਜ਼ ਨੂੰ ਲੈ ਕੇ ਐਕਸਪਲੇਨ ਕੀਤਾ ਹੈ, ਮੈਟਰੋਪੋਲਿਸ ਸੈਟੇਲਾਈਟ ਸਟਰਕਚਰ। ਇਸ ਸਟਰਕਚਰ ਦੇ ਵਿੱਚ ਇੱਕ ਚੇਨ ਰਿਲੇਸ਼ਨਸ਼ਿਪ ਬਣਾਇਆ ਪਿਆ। ਸਭ ਤੋਂ ਪਹਿਲੇ ਚੇਨ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਗਲੋਬਲ ਔਰ ਇੰਪੀਰੀਕਲ ਮੈਟਰੋਪੋਲਿਸ, ਸਭ ਤੋਂ ਉੱਪਰ ਉਹ ਹੈ। ਉਸ ਤੋਂ ਬਾਅਦ ਉਹ ਕੰਟਰੋਲ ਕਰਦਾ ਹੈ ਨੈਸ਼ਨਲ ਮੈਟਰੋਪੋਲਿਸ ਨੂੰ। ਉਸ ਤੋਂ ਬਾਅਦ ਨੈਸ਼ਨਲ ਮੈਟਰੋਪੋਲਿਸ ਤੋਂ ਬਾਅਦ ਅੱਗੇ ਚੇਂਜ ਹੁੰਦਾ ਸਟੇਟ ਮੈਟਰੋਪੋਲਿਸ,
ਫਿਰ ਸਿਟੀਜ਼ ਦੇ ਵਿੱਚ ਇਹ ਕਬਜ਼ਾ ਹੁੰਦਾ ਹੈ, ਫਿਰ ਇਹ ਵਿਲੇਜ ਦੇ ਵਿੱਚ ਹੁੰਦਾ ਹੈ। ਇਸ ਤਰੀਕੇ ਦੇ ਨਾਲ ਇਹ ਚੇਂਜ ਚੱਲਦੀ ਰਹਿੰਦੀ ਹੈ। ਤੇ ਇਵੇਂ ਹੀ ਰਿਸੋਰਸਿਸ ਜਿਹੜੇ ਨੇ ਹਾਈ ਲੈਵਲ ਤੋਂ ਲੈ ਕੇ ਰੀਜਨਲ ਲੈਵਲ ਤੇ, ਫਿਰ ਲੋਕਲ ਲੈਵਲ ਤੇ, ਫਿਰ ਵਿਲੇਜ ਲੈਵਲ ਤੱਕ ਇਹਨਾਂ ਦੀ ਗ੍ਰਿਪ ਜਿਹੜੀ ਹੈ ਸਟਰੋਂਗ ਹੋ ਜਾਂਦੀ ਹੈ। ਦੈਨ ਪੌਲ ਬ੍ਰੈਨ ਨੇ ਫਰੈਂਕ ਨੇ ਤੀਸਰਾ ਐਸਪੈਕਟ ਜਿਹੜਾ ਐਕਸਪਲੇਨ ਕੀਤਾ ਉਹ ਕੀਤਾ ਟੈਕਨੋਲੋਜੀਕਲ ਡਿਪੈਂਡੈਂਸ ਦਾ। ਉਹ ਕਹਿੰਦਾ ਹੈ ਕਿ the peripheral countries use excessively capital intensive technology imported from the developed countries of the center। ਮਤਲਬ ਕਿ ਜਿਹੜੀਆਂ ਵੀ ਲੈਸ ਡਿਵੈਲਪ ਕੰਟਰੀਜ਼ ਨੇ, ਸੈਟੇਲਾਈਟਸ ਨੇ, ਉਹ ਜਿਹੜੀ ਬਹੁਤ ਹਾਈ ਲੈਵਲ ਦੇ ਉੱਤੇ ਟੈਕਨੋਲੋਜੀ ਯੂਜ਼ ਕਰਨੀ ਆਪਣੇ ਡਿਵੈਲਪਮੈਂਟ ਦੇ ਲਈ ਸ਼ੁਰੂ ਕਰਦੇ ਨੇ, ਜਿਹੜੀਆਂ ਕਿ ਉਹ ਦੂਜੇ ਦੇਸ਼ਾਂ 'ਚੋਂ, ਐਡਵਾਂਸ ਕੰਟਰੀਜ਼ 'ਚੋਂ, ਜਿਨ੍ਹਾਂ ਨੂੰ ਮੈਟਰੋਪੋਲਿਸ ਬੋਲਦੇ ਨੇ, ਉਹ ਉਹਨਾਂ ਤੋਂ ਮੰਗਵਾਉਣਾ ਸ਼ੁਰੂ ਕਰ ਦਿੰਦੇ ਨੇ। ਇਨਫੋਰਮੇਸ਼ਨ ਦੀ ਕਮੀ ਹੈ, ਨਾ ਉਹਨਾਂ ਨੂੰ ਪ੍ਰੋਪਰ ਅਪਡੇਟ ਆਉਂਦੀ ਹੈ ਕਿ ਉਹਨਾਂ ਨੇ ਕਿਵੇਂ ਉਸ ਤਰੀਕੇ ਨੂੰ, ਉਸ ਟੈਕਨੋਲੋਜੀ ਨੂੰ ਯੂਜ਼ ਕਰਨਾ, ਨਾ ਉਹਨਾਂ ਤੋਂ ਇੰਨਾ ਪੈਸਾ ਹੈ, ਬਟ ਫਿਰ ਵੀ ਕਾਸਟ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਉਹ ਬਾਹਰੋਂ ਦੀ ਮੰਗਵਾ ਰਹੇ ਨੇ। ਆਪਣੇ ਦੇਸ਼ ਦੇ ਵਿੱਚ ਇੰਨੀ ਰਿਸਰਚ ਐਂਡ ਡਿਵੈਲਪਮੈਂਟ ਨਹੀਂ ਹੈ, ਬਾਰਗਨਿੰਗ ਪਾਵਰ ਵੀ ਨਹੀਂ ਹੈ, ਕਿਉਂਕਿ ਤੁਸੀਂ ਕਦੀ ਵੀ ਦੇਖੋਗੇ ਅਮੀਰ ਬੰਦਾ ਜਿਹੜਾ ਹੈ ਉਸਦੇ ਬਾਰਗਨਿੰਗ, ਉਹਦੇ ਲਿੰਕ ਤੇ ਗਰੀਬ ਬੰਦਾ ਹੈ, ਲੈਸ ਡਿਵੈਲਪ ਕੰਟਰੀਜ਼ ਆਰ ਟ੍ਰੀਟਡ ਐਜ਼ ਗਰੀਬ ਬੰਦਾ, ਸੋ ਉਹਨਾਂ ਦੇ ਜਿਹੜੇ ਬਾਰਗਨਿੰਗ ਪਾਵਰਸ ਵੀ ਨਹੀਂ ਨੇ। ਇਸ ਤਰੀਕੇ ਦੇ ਨਾਲ ਟੈਕਨੋਲੋਜੀ ਦੇ ਪੁਆਇੰਟ ਨੂੰ ਲੈ ਕੇ ਜਿਹੜੀਆਂ ਨੇ ਉਹਨਾਂ ਦੀ ਐਕਸਪਲੋਇਟੇਸ਼ਨ ਕੀਤੀ ਜਾਂਦੀ ਹੈ। ਹੌਲੀ ਹੌਲੀ ਕੰਡੀਸ਼ਨ ਇਹੋ ਜਿਹੀ ਬਣ ਜਾਂਦੀ ਹੈ ਕਿ ਮਲਟੀਨੈਸ਼ਨਲ ਕਾਰਪੋਰੇਸ਼ਨਸ ਜਿਹੜੀਆਂ ਨੇ ਲੈਸ ਡਿਵੈਲਪ ਕੰਟਰੀਜ਼ ਦੇ ਵਿੱਚ ਆਪਣੀ ਗ੍ਰਿਪ ਬਣਾਉਣੀ ਸ਼ੁਰੂ ਕਰ ਦਿੰਦੀਆਂ ਨੇ। ਉਹਨਾਂ ਦਾ ਪ੍ਰੋਫਿਟ, ਉਹਨਾਂ ਦੇ ਰਾਇਲਟੀਜ਼, ਉਹਨਾਂ ਦੇ ਜਿੰਨਾ ਵੀ ਪੋਜ਼ਿਟਿਵ ਪ੍ਰੋਫਿਟ ਹੁੰਦਾ, ਐਸਪੈਕਟਸ ਹੁੰਦੇ ਨੇ, ਉਹ ਸਾਰੇ ਪਲੰਡਰ ਕਰਕੇ ਆਪਣੇ ਦੇਸ਼ ਦੇ ਵਿੱਚ ਟ੍ਰਾਂਸਫਰ ਕਰਨ ਲੱਗ ਜਾਂਦੀਆਂ ਨੇ। ਸੋ ਇਸ ਦਾ ਕ੍ਰਿਟਿਸਿਜ਼ਮ ਥਿਊਰੀ ਦਾ ਇਹੀ ਹੈ ਕਿ ਦੇਅਰ ਇਜ਼ ਕੈਪੀਟਲਿਜ਼ਮ ਆਲ ਓਵਰ ਦਾ ਵਰਲਡ ਨਾਓ ਡੇਜ਼, ਬਟ ਹੀ ਫੋਰਗੇਟ ਅਬਾਊਟ ਦਾ ਫਿਊਡਲਿਜ਼ਮ। ਜਿਵੇਂ ਆਪਾਂ ਰਸ਼ੀਅਨ ਇਕੋਨਮੀ ਦੀ ਗੱਲ ਕਰਦੇ ਹਾਂ, ਚਾਈਨੀਜ਼ ਇਕੋਨਮੀ ਦੀ ਗੱਲ ਕਰਦੇ ਹਾਂ, ਰਸ਼ੀਆ ਦੇ ਵਿੱਚ ਸੈਮੀ ਫਿਊਡਲਿਜ਼ਮ ਸੀਗਾ, ਉਸ ਤੋਂ ਬਾਅਦ ਸੈਮੀ ਫਿਊਡਲਿਜ਼ਮ ਤੋਂ ਬਾਅਦ ਕੈਪੀਟਲਿਜ਼ਮ ਦੀ ਸਟੇਜ ਹੀ ਨਹੀਂ ਆਈ, ਉੱਥੇ ਸਿੱਧਾ ਸੋਸ਼ਲਿਜ਼ਮ ਆ ਗਿਆ। ਸੋ ਹਰ ਵਰਲਡ ਦੀ ਹਰ ਕੰਟਰੀ ਦੇ ਵਿੱਚ ਇਹ ਪੁਆਇੰਟ ਨਹੀਂ ਐਪਲੀਕੇਬਲ ਹੁੰਦਾ। ਤੇ ਉਸ ਤੋਂ ਬਾਅਦ ਜਿਹੜਾ ਫਰੈਂਕ ਨੇ ਸਿਰਫ ਟੈਕਨੋਲੋਜੀ ਦਾ ਪੁਆਇੰਟ ਐਕਸਪਲੇਨ ਕੀਤਾ ਹੈ, ਇੱਕ ਮੈਟਰੋਪੋਲਿਸ ਤੇ ਸੈਟੇਲਾਈਟ ਦੀ ਪ੍ਰੋਸੈਸ ਐਕਸਪਲੇਨ ਕੀਤੀ ਹੈ ਕਿ ਇਹ ਰਿਲੇਸ਼ਨ ਹੈ, ਇਹ ਰਿਲੇਸ਼ਨ ਕਿਵੇਂ ਕੰਮ ਕਰਦਾ ਹੈ, ਕਿਵੇਂ ਇੰਟਰਨੈਸ਼ਨਲ ਮੈਟਰੋਪੋਲਿਸ ਕੰਮ ਕਰਦਾ ਹੈ, ਉਹ ਨੈਸ਼ਨਲ ਮੈਟਰੋਪੋਲਿਸ ਤੇ ਕਿਵੇਂ ਕਬਜ਼ਾ ਕਰਦਾ ਹੈ, ਨੈਸ਼ਨਲ ਮੈਟਰੋਪੋਲਿਸ ਅੱਗੇ ਕਿਵੇਂ ਲੋਕਲ ਮੈਟਰੋਪੋਲਿਸ, ਰੀਜਨਲ ਮੈਟਰੋਪੋਲਿਸ ਤੇ ਵਿਲੇਜ ਮੈਟਰੋਪੋਲਿਸ, ਇਹਨਾਂ ਦੇ ਫੰਕਸ਼ਨਸ ਕੀ ਨੇ, ਆਪਰੇਸ਼ਨਸ ਕੀ ਨੇ, ਇਹ ਕਿਵੇਂ ਕੰਮ ਕਰਦੇ ਨੇ, ਇਸ ਚੀਜ਼ ਬਾਰੇ ਫਰੈਂਕ ਨੇ ਕੁਝ ਵੀ ਐਕਸਪਲੇਨ ਨਹੀਂ ਕੀਤਾ। ਥੈਂਕ ਯੂ।